ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸਾਡੇ ਅਧਿਐਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਕ ਆਸਵੰਦ ਪਰਵਰਿਸ਼ ਬਾਰੇ ਸਿੱਖਦੇ ਆ ਰਹੇ ਹਾਂ। ਅਸੀਂ ਸਿੱਖ ਰਹੇ ਹਾਂ ਕਿ ਸਾਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਨਾ ਚਾਹੀਦਾ ਹੈ ਅਤੇ ਅਸੀਂ ਕਿਵੇਂ ਚੰਗੇ ਮਾਤਾ-ਪਿਤਾ ਬਣ ਸਕਦੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਸਫਲ ਮਸੀਹੀ ਪਰਿਵਾਰ ਦੇ ਬਾਰੇ ਦੇਖ ਰਹੇ ਸੀ। ਅਸੀਂ ਜਾਣਿਆ ਕਿ ਜੋ ਲੋਕ ਸਫਲ ਹੁੰਦੇ ਹਨ ਉਹ ਮਸੀਹੀ ਕਦਰਾਂ ਅਤੇ ਸਿਧਾਂਤਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਜਿਉਂਦੇ ਹਨ ਅਤੇ ਉਹਨਾਂ ਨੂੰ ਆਪਣੇ ਬੱਚਿਆਂ ਦੇ ਦੁਆਰਾ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਹਨ ਜੋ ਮਸੀਹੀ ਨਹੀਂ ਹਨ। ਦੋਸਤੋ, ਹੁਣ ਅਸੀਂ ਇਸ ਤੋਂ ਅੱਗੇ ਵਧਾਂਗੇ ਅਤੇ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਜਾਰੀ ਰੱਖਾਂਗੇ। ਅੱਜ ਅਸੀਂ ਸਫਲ ਮਸੀਹੀ ਲੋਕਾਂ ਦੀ ਇੱਕ ਹੋਰ ਖੂਬੀ ਨੂੰ ਵੇਖਾਂਗੇ। ਉਹ ਖੂਬੀ ਪ੍ਰਾਰਥਨਾ ਦੇ ਵਿਸ਼ੇ ਵਿੱਚ ਹੈ। ਫਿਰ ਅਸੀਂ ਇਹਨਾਂ ਦੇ ਸਿੱਟੇ ਨੂੰ ਵੇਖਾਂਗੇ। ਦੋਸਤੋ, ਫਿਰ ਆਓ ਆਪਣੇ ਅਧਿਐਨ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਅਤੇ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਇਸ ਪ੍ਰੋਗਰਾਮ ਨੂੰ ਵੇਖਦੇ ਹਾਂ। ਮੈਂ ਆਪਣੀ ਬਾਈਬਲ ਵਿੱਚ ਲਿਖ ਕੇ ਰੱਖਿਆ ਹੈ ਕਿ ਪਾਪ ਦੀ ਦੂਸਰੀ ਅਤੇ ਤੀਸਰੀ ਪੀੜ੍ਹੀ ਤੱਕ ਜਾਂਦਾ ਹੈ, ਪਰ ਧਾਰਮਿਕਤਾ ਹਜ਼ਾਰਾਂ ਪੀੜ੍ਹੀਆਂ ਤੱਕ ਅੱਗੇ ਜਾਂਦੀ ਹੈ। ਅਤੇ ਜਦੋਂ ਅਸੀਂ ਪਰਮੇਸ਼ਰ ਦੀਆਂ ਗੱਲਾਂ ਨੂੰ ਮਾਪੇ ਹੋਣ ਵਜੋਂ ਇਨਕਾਰ ਕਰਦੇ ਹਾਂ ਅਤੇ ਅਸੀਂ ਉਹਨਾਂ ਕਦਰਾਂ ਕੀਮਤਾਂ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਉਂਦੇ ਹਾਂ, ਕਿਉਂਕਿ ਅਸੀਂ ਉਸੇ ਤਰ੍ਹਾਂ ਜਿਉਂਦੇ ਹਾਂ ਜਿਸ ਤਰ੍ਹਾਂ ਅਸੀਂ ਆਖਦੇ ਹਾਂ, ਤਦ ਅਸੀਂ ਇੱਕ ਇਹੋ ਜਿਹੀ ਵਿਧੀ ਦਾ ਆਰੰਭ ਕਰਦੇ ਹਾਂ ਜੋ ਕਿ ਸਿਰਫ ਅਬਦੀ ਕਾਲ ਹੀ ਉਸ ਦੀ ਇੱਕ ਰਿਪੋਰਟ ਬਾਰੇ ਸਾਨੂੰ ਦੱਸੇਗਾ। ਇੱਕ ਵਿਧੀ ਜੋ ਕਿ ਪੀੜ੍ਹੀਆਂ ਦੀ ਨਿਰੰਤਰਤਾ ਨਾਲ ਸੰਬੰਧਿਤ ਹੈ, ਜੋ ਕਿ ਹਮੇਸ਼ਾ ਤੱਕ ਅੱਗੇ ਵੱਧਦੀ ਰਹੇਗੀ, ਜਦੋਂ ਤੱਕ ਪਰਮੇਸ਼ਰ ਉਸ ਦੇ ਪੁੱਤਰ ਯੀਸ਼ੂ ਮਸੀਹ ਦੇ ਰਾਹੀਂ ਸਾਨੂੰ ਆਪਣੇ ਕੋਲ ਜਾਣ ਦੇ ਲਈ ਨਹੀਂ ਆ ਜਾਂਦਾ। ਮੈਂ ਇੱਕ ਲੇਖ ਪੜ੍ਹਿਆ ਸੀ ਜਿਸ ਨੂੰ ਸਾਡਾ ਆਤਮਿਕ ਪਰਿਵਾਰ ਰੁੱਖ ਕਰਕੇ ਆਖਿਆ ਜਾਂਦਾ ਹੈ। ਇਸ ਨੂੰ ਰਿਚਰਡ ਥੋਮਸ ਦੇ ਦੁਆਰਾ ਲਿਖਿਆ ਗਿਆ ਸੀ ਅਤੇ ਉਹ ਉਸ ਦੇ ਜੀਵਨ ਵਿੱਚ ਇਸ ਅਨੁਭਵ ਦੇ ਬਾਰੇ ਲਿਖਦਾ ਹੈ ਜੋ ਕਿ ਉਸ ਦੀ ਮਿਸਾਲ ਦਿੰਦਾ ਹੈ, ਜਿਸ ਦਾ ਜ਼ਿਕਰ ਮੈਂ ਕਰਦਾ ਹਾਂ। ਉਸ ਨੇ ਆਖਿਆ ਸੀ ਕਿ ਇਹ ਤਾਂ ਇੱਕ ਹੀਰੇ ਸੰਦੇਸ਼ ਦੇ ਰਾਹੀਂ ਹੀ ਹੋਇਆ ਸੀ, ਜਿਸ ਨੂੰ ਪਿਛਲੀ ਸਦੀ ਦੇ ਦੌਰਾਨ ਡੀ.ਐਲ. ਮੋਡੀ ਦੇ ਦੁਆਰਾ ਪ੍ਰਚਾਰ ਕੀਤਾ ਗਿਆ ਸੀ ਕਿ ਪੀੜ੍ਹੀਆਂ ਦੀ ਨਿਰੰਤਰਤਾ ਜੋ ਸਿਧਾਂਤ ਭਾਵ ਇੱਕ ਪਰਿਵਾਰ ਤੋਂ ਦੂਸਰੇ ਪਰਿਵਾਰ ਤੱਕ ਸਮੇਂ ਦੇ ਦਰਵਾਜ਼ਿਆਂ ਦੇ ਰਾਹੀਂ ਕਦਰਾਂ ਕੀਮਤਾਂ ਦੀ ਪ੍ਰਾਣੀ ਨੂੰ ਦੂਸਰੇ ਪਰਿਵਾਰ ਤੱਕ ਪਹੁੰਚਾਉਣ ਦੀ ਵਿਧੀ ਹੈ। ਇਹ ਬਰਤਾਨੀਆ ਵਿੱਚ ਰਹਿ ਰਹੇ ਮੇਰੇ ਆਪਣੇ ਪਰਿਵਾਰ ਦੇ ਦਿਮਾਗ ਵਿੱਚ ਖੁਦ ਗਹਿਰਾਈ ਦੇ ਨਾਲ ਉਲੱਖਿਆ ਗਿਆ ਸੀ। ਉਹ ਇੱਕ ਕਹਾਣੀ ਦੱਸਦਾ ਹੈ। ਉਹ ਆਖਦਾ ਹੈ ਕਿ ਇਹ 1882 ਦਾ ਵਰ੍ਹਾ ਸੀ ਅਤੇ ਡੀ.ਐਲ. ਮੋਡੀ, ਉਹ ਮਹਾਨ ਪ੍ਰਚਾਰਕ, 45 ਸਾਲ ਦੀ ਉਮਰ ਵਿੱਚ ਆਪਣੀ ਸ਼ਕਤੀ ਦੀ ਚੋਟੀ ਉੱਤੇ ਪੁੱਜਿਆ ਹੋਇਆ ਹੈ। ਉਹ ਕਈ ਬਰਤਾਨੀਆ ਦੇ ਦੀਪਾਂ ਦੇ ਵਿੱਚ ਇੱਕ ਰੂਹਾਨੀ ਪ੍ਰਚਾਰ ਬਾਰੇ ਨਿਕਲਿਆ। ਸਤੰਬਰ 26, 1882 ਵਿੱਚ ਇਸ ਪ੍ਰਸਿੱਧ ਪ੍ਰਚਾਰਕ ਨੂੰ ਟੈਲੀਮੌਟ ਨਾਂ ਦੇ ਨਗਰ ਦੇ ਵਿੱਚ ਪਾਇਆ ਗਿਆ, ਜਿੱਥੇ ਕਿ ਮੇਰੇ ਵੱਡੇ ਰਹਿੰਦੇ ਸਨ। ਉਸ ਸ਼ਾਮ ਨੂੰ ਮੇਰੇ ਭਵਿੱਖ ਦਾ ਦਾਦਾ, ਉਸ ਵਕਤ 14 ਵਰ੍ਹਿਆਂ ਦਾ ਸੀ, ਜਿਸ ਦਾ ਨਾਮ ਟੌਮੀ ਸੀ, ਉਹ ਉੱਥੇ ਬੈਠਾ ਹੋਇਆ ਸੀ। ਸਭ ਤੋਂ ਪਹਿਲਾਂ ਉਹ ਭਜਨਾਂ ਨੂੰ ਸੁਣ ਰਿਹਾ ਸੀ ਅਤੇ ਫਿਰ ਡੀ.ਐਲ. ਮੋਡੀ ਦੇ ਪ੍ਰਚਾਰ ਨੂੰ ਸੁਣ ਰਿਹਾ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਇਹ ਤਾਂ ਸਿਰਫ ਸਾਡੇ ਪਰਿਵਾਰ ਵਿੱਚੋਂ ਟੌਮੀ ਹੀ ਸੀ ਜੋ ਇਹਨਾਂ ਮੀਟਿੰਗਾਂ ਵਿੱਚੋਂ ਕਿਸੇ ਵਿੱਚ ਗਿਆ ਸੀ ਅਤੇ ਉਸ ਨੇ ਇਸ ਸੰਦੇਸ਼ ਨੂੰ ਸੁਣਿਆ ਅਤੇ ਉਹ ਆਖਦਾ ਹੈ ਕਿ ਮੈਂ ਅੱਗੇ ਗਿਆ ਅਤੇ ਬਚਾਇਆ ਗਿਆ। ਉਸ ਸ਼ਾਮ ਦੇ ਸਮੇਂ ਵੱਲ ਪਿੱਛੇ ਤੱਕਦਿਆਂ ਇਸ ਲੇਖ ਦਾ ਲੇਖਕ ਨੌਜਵਾਨ ਟੌਮੀ, ਜੋ ਕਿ ਹੁਣ ਉਸ ਦਾ ਪੋਤਾ ਹੈ ਜਿਸ ਦਾ ਨਾਮ ਥੋਮਸ ਸੀ, ਉਹ ਲਿਖਦਾ ਹੈ, ਇੱਕੋ ਇੱਕ ਸੰਦੇਸ਼ ਅਤੇ 3 ਪੀੜ੍ਹੀਆਂ ਬਾਅਦ ਵੀ ਅਸੀਂ ਇਸ ਦੇ ਅਸਰ ਨੂੰ ਮਹਿਸੂਸ ਕਰ ਰਹੇ ਹਾਂ। ਇਸ ਘਟਨਾ ਤੋਂ ਪਹਿਲਾਂ ਮੇਰਾ ਪਰਿਵਾਰ ਬਿਲਕੁਲ ਧਰਮ ਦੇ ਬਾਰੇ ਕੋਈ ਝੁਕਾਅ ਨਹੀਂ ਸੀ ਰੱਖਦਾ। ਅੱਜ ਅਸੀਂ ਇੱਕ ਵੱਡਾ ਘਰਾਨਾ ਹੈ ਜਿਸ ਦੇ ਨਾਲ ਕਈ ਪ੍ਰਚਾਰ ਨਾਲ ਸੰਬੰਧਿਤ ਸੰਪਰਕ ਬਣਾਏ ਗਏ ਹਨ। ਇਹ ਤਾਂ ਮੁੰਡੀ ਦਾ ਸੰਦੇਸ਼ ਹੀ ਸੀ ਜਿਸ ਨੇ ਇੱਕ ਨਵਾਂ ਰੁਖ ਦਿੱਤਾ ਸੀ। ਮੇਰਾ ਦਾਦਾ ਥੋਮਸ, ਉਹ ਮਸੀਹ ਸੇਵਾ ਦੇ ਲਈ ਯੂਨੀਵਰਸਿਟੀ ਦੇ ਵਿੱਚ ਅਧਿਐਨ ਕਰਨ ਲਈ ਗਿਆ। ਉਹਦਾ ਸਭ ਤੋਂ ਵੱਡਾ ਬੇਟਾ ਟੀਲ, ਜੋ ਕਿ ਮੇਰਾ ਪਿਤਾ ਸੀ, ਉਸਨੇ ਵੀ ਇਸੇ ਤਰ੍ਹਾਂ ਕੀਤਾ ਅਤੇ ਉਸਨੇ 20 ਸਾਲਾਂ ਤੋਂ ਵੀ ਵੱਧ ਪੂਰਬੀ ਅਫਰੀਕਾ ਵਿੱਚ ਚੀਨੀਆਂ ਦੀ ਵੱਧ ਰਹੀਆਂ ਕਲੀਸਿਆ ਨੂੰ ਉਸਾਰਿਆ ਸੀ। ਸਾਡੇ ਵਿੱਚੋਂ 4 ਪੋਤੇ ਨਿਮਿਤ ਸੇਵਾ ਦੇ ਵਿੱਚ ਦਾਖਲ ਹੋਏ ਅਤੇ ਕਈ ਹੋਰ ਪ੍ਰਚਾਰਕ ਸੇਵਾਵਾਂ ਦੇ ਨਾਲ ਵਿਵਾਹੇ ਗਏ ਸਨ ਅਤੇ ਕੁਝ ਹੋਰ ਮਿਸ਼ਨ ਅਤੇ ਮਸੀਹੀ ਸੇਵਾਵਾਂ ਦੇ ਵਿੱਚ ਸ਼ਾਮਲ ਹੋਏ ਸਨ। ਇਹ ਸਾਰਾ ਕੁਝ ਸਿਰਫ ਇੱਕੋ ਹੀ ਇੱਕ ਸੰਦੇਸ਼ ਦੇ ਕਰਕੇ ਹੋਇਆ ਸੀ। ਸਾਡੇ ਪਰਿਵਾਰ ਦੀ ਕਹਾਣੀ ਇਸ ਜਗਤ ਦੇ ਵਿੱਚ ਕੋਈ ਅਸਧਾਰਨ ਕਹਾਣੀ ਨਹੀਂ ਹੈ।
ਇਹ ਤਾਂ ਇੱਕ ਪਰਿਵਾਰ ਦੇ ਵਿੱਚ ਆਤਮਿਕ ਨਿਰੰਤਰਤਾ ਦੀ ਸਿਧਾਂਤ ਦੀ ਹੀ ਪ੍ਰਗਟਾਵਾ ਹੈ। ਇਹ ਗੱਲ ਰਿਚਰਡ ਥਾਮਸ ਦੀ ਪੁਸਤਕ ਔਰ ਸਪਿਰਿਚੁਅਲ ਫੈਮਿਲੀ ਦੇ 180 ਤੇ 184 ਸਫ਼ਿਆਂ ਦੇ ਵਰਣਨ ਕੀਤਾ ਗਿਆ ਹੈ। ਅਤੇ ਕੀ ਆਪ ਜਾਣਦੇ ਹੋ ਕਿ ਇਹ ਸੱਚ ਹੈ? ਮੈਂ ਆਪ ਨੂੰ ਆਪਣੀ ਕਹਾਣੀ ਦੱਸ ਦਿੰਦਾ ਹਾਂ। ਉਹ ਇੱਕ ਅਦਭੁਤ ਪ੍ਰਚਾਰਕ ਹੈ, ਪਰ ਮੇਰਾ ਪਿਤਾ ਇੱਕ ਇਹੋ ਜਿਹੇ ਪਰਿਵਾਰ ਵਿੱਚ ਵੱਡਾ ਹੋਇਆ ਜੋ ਕਿ ਪ੍ਰਭੂ ਨੂੰ ਨਹੀਂ ਜਾਣਦਾ ਸੀ, ਅਤੇ ਮੇਰਾ ਪਿਤਾ ਉਦੋਂ ਤੱਕ ਨਹੀਂ ਸੀ ਬਚਾਇਆ ਗਿਆ ਜਦੋਂ ਤੱਕ ਉਸ ਦੀ ਉਮਰ 19 ਸਾਲਾਂ ਦੀ ਨਹੀਂ ਸੀ ਹੋ ਗਈ। ਇੱਕ ਦਿਨ ਨਿਊਯਾਰਕ ਦੇ ਜੌਨਸਨ ਸਿਟੀ ਵਿੱਚ, ਜਿੱਥੇ ਉਹ ਰਹਿੰਦਾ ਸੀ, ਕਿਸੇ ਨੇ ਉਸ ਨੂੰ ਇੱਕ ਬਾਸਕਟਬਾਲ ਦੇ ਦੁਆਰਾ ਪ੍ਰਚਾਰ ਕਰਨ ਦੇ ਲਈ ਉਸ ਨੂੰ ਸੱਦਾ ਦਿੱਤਾ। ਉਹ ਪਰਮੇਸ਼ਰ ਦੇ ਬਾਰੇ ਜ਼ਿਆਦਾ ਕੁਝ ਨਹੀਂ ਸੀ ਜਾਣਦਾ, ਉਹ ਆਤਮਿਕ ਗੱਲਾਂ ਬਾਰੇ ਜ਼ਿਆਦਾ ਕੁਝ ਨਹੀਂ ਸੀ ਜਾਣਦਾ, ਪਰ ਉਹ ਬਾਸਕਟਬਾਲ ਖੇਡਣਾ ਪਸੰਦ ਕਰਦਾ ਸੀ। ਇਸ ਕਰਕੇ ਉਹ ਇੱਕ ਪੁਰਾਣੇ ਖੇਡ ਦੇ ਮੈਦਾਨ ਵਿੱਚ ਨਿਊਯਾਰਕ ਦੇ ਜੌਨਸਨ ਸਿਟੀ ਦੇ ਠੀਕ ਕੇਂਦਰ ਵਿੱਚ ਗਿਆ ਅਤੇ ਉਹ ਇੱਕ ਬਾਸਕਟਬਾਲ ਪ੍ਰਚਾਰ ਲਈ ਲੈ ਗਿਆ। ਉੱਥੇ ਉਹ ਕੁਝ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਉਸ ਦੇ ਨਾਲ ਪ੍ਰਭੂ ਦੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ। 19 ਸਾਲ ਦੀ ਉਮਰ ਵਿੱਚ ਮੇਰੇ ਪਿਤਾ ਇੱਕ ਇਹੋ ਜਿਹੇ ਪ੍ਰਚਾਰ ਵਿੱਚੋਂ ਬਚਾਇਆ ਗਿਆ ਸੀ ਜੋ ਕਿ ਪਰਮੇਸ਼ਰ ਦਾ ਆਦਰ ਨਹੀਂ ਸੀ ਕਰਦਾ, ਜੋ ਕਿ ਚਰਚ ਨੂੰ ਨਹੀਂ ਸੀ ਜਾਣਦਾ, ਔਰ ਨਾ ਹੀ ਉਹ ਚਰਚ ਜਾਂਦਾ ਸੀ, ਅਤੇ ਉਹ ਨੇਚਾ ਦੇ ਬਾਰੇ ਇੰਨਾ ਜ਼ਿਆਦਾ ਉਤੇਜਿਤ ਕੀਤਾ ਸੀ। ਉਸਨੇ ਆਪਣੇ ਆਪ ਨੂੰ ਆਪਣੇ ਲਈ ਇੱਕ ਕਾਲਜ ਦੇ ਵਿੱਚ ਦਾਖਲਾ ਲਿਆ ਜੋ ਕਿ ਉਸ ਸਮੇਂ ਨਿਊਯਾਰਕ ਦੇ ਜੌਨਸਨ ਸਿਟੀ ਦੇ ਵਿੱਚ ਸੀ, ਤਾਂ ਕਿ ਉਹ ਸੇਵਾ ਦੇ ਲਈ ਅਧਿਐਨ ਕਰੇ। ਫਿਰ ਉਹ ਮੇਰੀ ਮਾਂ ਨੂੰ ਮਿਲਿਆ ਅਤੇ ਉਹਨਾਂ ਨੇ ਵਿਆਹ ਕਰਿਆ। 1941 ਵਿੱਚ ਮੇਰਾ ਜਨਮ ਉਸ ਪਰਿਵਾਰ ਵਿੱਚ ਹੋਇਆ। ਜਰਾ ਤੱਕੋ ਕਿ ਅੱਜ ਮੈਂ ਕੀ ਕਰ ਰਿਹਾ ਹਾਂ। ਮੈਂ ਇਸ ਦੇ ਬਾਰੇ ਆਪਣੇ ਦਿਲੋਂ ਜ਼ਿਆਦਾ ਹੈਰਾਨ ਨਹੀਂ ਹੋ ਸਕਦਾ ਕਿ ਮੈਂ ਕੀ ਹੋ ਸਕਦਾ ਸੀ ਅਤੇ ਮੈਂ ਕਿੱਥੇ ਹੋ ਸਕਦਾ ਸੀ ਜੇਕਰ ਮੇਰੇ ਪਿਤਾ ਨੇ ਉਸ ਬਾਸਕਟਬਾਲ ਦੇ ਪ੍ਰਚਾਰ ਲਈ ਸੱਦਾ ਨਾ ਦਿੱਤਾ ਹੁੰਦਾ, ਅਤੇ ਜੇਕਰ ਉਸਨੇ ਮਸੀਹ ਉੱਤੇ ਆਪਣੇ ਮੁਕਤੀਦਾਤਾ ਵਜੋਂ ਭਰੋਸਾ ਨਾ ਕੀਤਾ ਹੁੰਦਾ। ਅਤੇ ਹੁਣ ਪਰਮੇਸ਼ਰ ਨੇ ਮੈਨੂੰ 4 ਬੱਚੇ ਬਖਸ਼ੇ ਹਨ, ਅਤੇ ਉਹਨਾਂ ਵਿੱਚੋਂ ਸਾਰੇ ਪ੍ਰਭੂ ਨੂੰ ਜਾਣਦੇ ਹਨ ਅਤੇ ਪ੍ਰਭੂ ਨੂੰ ਪਿਆਰ ਕਰਦੇ ਹਨ। ਉਹਨਾਂ ਦੇ ਦਿਲਾਂ ਦੇ ਵਿੱਚ ਮੈਂ ਉਹਨਾਂ ਸਭਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਹਾਂ। ਉਹਨਾਂ ਵਿੱਚ ਪ੍ਰਭੂ ਦੀ ਸੇਵਾ ਕਰਨ ਦੀ ਇੱਛਾ ਹੈ। ਆਪ ਜਾਣਦੇ ਹੋ ਕਿ ਮਸੀਹ ਘਰਾਣਿਆਂ ਵਿੱਚ ਜੋ ਕੁਝ ਵਰਪਦਾ ਹੈ ਸਾਡੀਆਂ ਕਦਰਾਂ ਕੀਮਤਾਂ ਨੂੰ ਅੱਗੇ ਉਲਝਾਉਂਦਾ ਜਾਂਦਾ ਹੈ। ਜੇਕਰ ਅਸੀਂ ਮਸੀਹ ਜੀਵਨਾ ਜਿਉਂਦੇ ਹਾਂ, ਇਹ ਇੱਕ ਹੈਰਾਨ ਕਰਨ ਵਾਲੀ ਗੱਲ ਹੈ ਜੋ ਕਿ ਪਰਮੇਸ਼ਰ ਮਸੀਹ ਘਰਾਣੇ ਦੇ ਲਈ ਕੁਝ ਕਰ ਚੁੱਕਾ ਹੈ। ਪਰ ਮੈਂ ਤੁਹਾਨੂੰ ਚੇਤਾਵਨੀ ਦੇਵਾਂ, ਇਹ ਆਪਣੇ ਆਪ ਹੀ ਨਹੀਂ ਵਰਪਦਾ। ਕਈ ਸਾਲ ਪਹਿਲਾਂ ਇੱਕ ਸਰਵੇਖਣ ਦੇ ਦੁਆਰਾ ਇਹ ਦਰਸਾਇਆ ਗਿਆ ਸੀ ਕਿ ਜਦੋਂ ਮਾਤਾ ਅਤੇ ਪਿਤਾ ਇਸ ਨੂੰ ਲੈਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਕਲੀਸਿਆ ਵਿੱਚ ਨਹੀਂ ਭੇਜਦੇ, ਤਾਂ ਉਹਨਾਂ ਦੇ ਬੱਚਿਆਂ ਵਿੱਚੋਂ 70% ਬੱਚੇ ਉਹਨਾਂ ਦੇ ਵਿਸ਼ਵਾਸ ਦੇ ਪਿੱਛੇ ਚੱਲਦੇ ਹਨ। 70% ਜੇਕਰ ਸਿਰਫ ਪਿਤਾ ਦੀ ਬੱਚਿਆਂ ਨੂੰ ਕਲੀਸਿਆ ਵਿੱਚ ਲੈ ਕੇ ਗਿਆ, ਤਦ ਇਹ ਪ੍ਰਤੀਸ਼ਤ 55 ਤੱਕ ਹੇਠਾਂ ਗਿਰ ਗਿਆ। ਇਹ ਬੜੀ ਰੋਚਕ ਗੱਲ ਹੈ। ਜੇਕਰ ਸਿਰਫ ਮਾਂ ਬੱਚਿਆਂ ਨੂੰ ਕਲੀਸਿਆ ਵਿੱਚ ਲੈ ਕੇ ਗਈ, ਤਦ ਇਹ ਪ੍ਰਤੀਸ਼ਤ 15 ਤੱਕ ਘਟ ਗਿਆ। ਜੇਕਰ ਕੋਈ ਵੀ ਮਾਪਾ ਬੱਚਿਆਂ ਨੂੰ ਕਲੀਸਿਆ ਵਿੱਚ ਨਹੀਂ ਲੈ ਕੇ ਗਿਆ, ਤਦ ਸਿਰਫ 9% ਬੱਚੇ ਹੀ ਕਾਰਜਸ਼ੀਲ ਮਸੀਹੀ ਬਣ ਗਏ। ਇਹਨਾਂ ਆંકੜਿਆਂ ਉੱਤੇ ਦੁਬਾਰਾ ਗੌਰ ਕਰੋ। ਇੱਕ ਪਲ ਦੇ ਲਈ ਮੇਰੇ ਨਾਲ ਮਿਲ ਕੇ ਇਹਨਾਂ ਆંકੜਿਆਂ ਉੱਤੇ ਗੌਰ ਕਰੋ ਅਤੇ ਮੈਂ ਆਪ ਦਾ ਧਿਆਨ, ਜੇਕਰ ਮੈਂ ਇਸ ਤਰ੍ਹਾਂ ਕਰ ਸਕਾਂ, ਇਸ ਤੋਂ ਅੱਗੇ ਲਿਜਾ ਸਕਾਂ। ਇਹ ਆંકੜੇ ਸਿਰਫ ਇੱਕ ਮੂਲ ਸੱਚਾਈ ਨੂੰ ਹੀ ਪ੍ਰਗਟ ਕਰਦੇ ਹਨ। ਉਹ ਇਹ ਹੈ ਕਿ ਜੋ ਪ੍ਰਵਾਹ ਉਹ ਗਿਰਾਵਟ ਵੱਲ ਜਾਂਦਾ ਹੈ, ਨਾ ਕਿ ਉਤਾਂਹ ਵੱਲ। ਜੋ ਪ੍ਰਵਾਹ ਉਹ ਹੈ ਪਰਿਵਾਰ ਦੇ ਮੁਖੀ ਤੋਂ ਹੇਠਾਂ ਵੱਲ ਜਾਂਦਾ ਹੈ। ਅਤੇ ਜਦੋਂ ਮਾਤਾ ਅਤੇ ਪਿਤਾ ਇਕੱਠੇ ਮਿਲ ਕੇ ਬੱਚਿਆਂ ਨੂੰ ਕਲੀਸਿਆ ਵਿੱਚ ਲਿਆਉਂਦੇ ਹਨ, ਤਦ ਇਹ ਉਹਨਾਂ ਦੇ ਬੱਚਿਆਂ ਲਈ ਇੱਕ ਸੰਦੇਸ਼ ਭੇਜਦਾ ਹੈ ਕਿ ਇਹ ਮਹੱਤਵਪੂਰਨ ਹੈ। ਇਹ ਸਾਡੇ ਘਰ ਦੇ ਵਿੱਚ ਮੁੱਖ ਪ੍ਰਵਿਕਤਾ ਹੈ ਅਤੇ ਉਸੇ ਦੇ ਕਰਕੇ ਉਹ ਸੰਦੇਸ਼ ਨੂੰ ਸੁਣਨਾ ਅਤੇ ਸੱਚਾਈ ਦੇ ਪ੍ਰਤੀ ਆਪਣੀ ਜਵਾਬਦੇਹੀ ਦੇਣਾ ਆਰੰਭ ਕਰਦੇ ਹਨ। ਜਦੋਂ ਪਿਤਾ ਕਿਸੇ ਸੇਧ ਵਿੱਚ ਸ਼ਾਮਲ ਹੋਣ ਦੇ ਲਈ ਚਲਾ ਜਾਵੇ ਅਤੇ ਮਾਂ ਨੂੰ ਬੱਚਿਆਂ ਦੇ ਨਾਲ ਚਰਚ ਵਿੱਚ ਭੇਜੇ, ਤਦ ਉਹ ਚਤਰਾਈ ਦੇ ਨਾਲ, ਖਾਸ ਤੌਰ ਤੇ ਉਸ ਦੇ ਲੜਕਿਆਂ ਨੂੰ ਇਹ ਆਖ ਰਿਹਾ ਹੁੰਦਾ ਹੈ ਕਿ ਜੋ ਕਲੀਸਿਆ ਹੈ ਉਹ ਤਾਂ ਔਰਤਾਂ ਦੇ ਲਈ ਹੈ ਅਤੇ ਕਲੀਸਿਆ ਅਸਲ ਵਿੱਚ ਨਹੀਂ ਹੈ। ਅਤੇ ਜਿਉਂ ਹੀ ਆਪ ਕਾਫੀ ਬਜ਼ੁਰਗ ਹੋ ਜਾਂਦੇ ਹੋ, ਤਦ ਆਪ ਨੂੰ ਜਾਣਾ ਨਹੀਂ ਪਏਗਾ। ਫਿਰ ਜਦੋਂ ਕੁਝ ਗਲਤ ਵਰਪਦਾ ਹੈ, ਤਦ ਉਹ ਉਹਨਾਂ ਦੀ ਨਿਹਚਾ ਨੂੰ ਗਲੇ ਨਹੀਂ ਲਗਾਉਂਦੇ। ਅਕਸਰ ਉਹਨਾਂ ਦੇ ਪਿਤਾ ਇਹ ਜਾਣਨ ਦੀ ਖੁਆਇਸ਼ ਰੱਖਦੇ ਹਨ, ਉਹ ਇਸ ਤਰ੍ਹਾਂ ਕਿਉਂ ਕਰਦੇ ਹਨ। ਮੈਂ ਆਪ ਨੂੰ ਦੱਸ ਦੇਵਾਂ ਕਿ ਉਹ ਇਸ ਤਰ੍ਹਾਂ ਕਿਉਂ ਨਹੀਂ ਕਰਦੇ। ਸਾਡੀਆਂ ਪੀੜ੍ਹੀਆਂ ਦੀਆਂ ਕਦਰਾਂ ਕੀਮਤਾਂ ਉਹ ਨਹੀਂ ਹਨ ਜੋ ਅਸੀਂ ਆਖਦੇ ਹਾਂ, ਪਰ ਜੋ ਕਿ ਅਸੀਂ ਕਰਦੇ ਹਾਂ ਅਤੇ ਜਿਉਂਦੇ ਹਾਂ। ਮੈਂ ਆਪਣੀ ਜ਼ਿੰਦਗੀ ਦੇ ਕਿਸੇ ਵੀ ਦਿਨ ਨੂੰ ਨਹੀਂ ਜਾਣਦਾ ਜਦੋਂ ਕੋਈ ਇਹੋ ਜਿਹੀ ਕਲੀਸਿਆ ਸਭਾ ਹੋਵੇ ਜਿਸ ਵਿੱਚ ਮੇਰੇ ਮਾਤਾ ਅਤੇ ਪਿਤਾ ਨਾ ਗਏ ਹੋਣ ਅਤੇ ਇਸ ਵਿੱਚ ਜ਼ਿਆਦਾ ਸ਼ਾਮਿਲ ਨਾ ਹੋਏ ਹੋਣ। ਅਤੇ ਬੜੀ ਚਤੁਰਾਈ ਦੇ ਨਾਲ ਉਹ ਮੈਨੂੰ ਦੱਸਦੇ ਹਨ ਕਿ ਇਹ ਇੱਕ ਉਸ ਦਾ ਮਹੱਤਵਪੂਰਨ ਭਾਗ ਸੀ
ਆંકੜੇ ਸਿੱਧ ਕਰਦੇ ਹਨ ਕਿ ਮਸੀਹੀ ਪਰਿਵਾਰ ਆਪਣੀਆਂ ਕਦਰਾਂ ਕੀਮਤਾਂ ਨੂੰ ਦੂਸਰਿਆਂ ਨਾਲੋਂ ਬਿਹਤਰ ਅੱਗੇ ਦੂਸਰੀਆਂ ਪੀੜ੍ਹੀਆਂ ਤੱਕ ਪਹੁੰਚਾਉਂਦੇ ਹਨ। ਨੰਬਰ 4, ਪ੍ਰਾਰਥਨਾ ਸੱਚਮੁੱਚ ਕਾਰਜਸ਼ੀਲ ਹੁੰਦੀ ਹੈ। ਆਖਰੀ ਗੱਲ ਘੱਟ ਅਹਿਮੀਅਤ ਵਾਲੀ ਨਹੀਂ ਹੈ। ਮੈਂ ਆਪ ਨੂੰ ਇਹ ਕਹਾਣੀ ਦੱਸਣ ਦੀ ਖੁਆਇਸ਼ ਰੱਖਦਾ ਹਾਂ। ਮੇਰੇ ਲਈ ਇਹ ਮੇਰੇ ਜੀਵਨ ਦੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਬਰਕਤ ਰਹੀ ਹੈ। ਮੈਂ ਜਾਣਦਾ ਹਾਂ ਕਿ ਤੁਹਾਡੇ ਵਿੱਚੋਂ ਕੁਝ ਕੁ ਦੇ ਲਈ ਇਹ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ, ਪਰ ਆਪ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਹ ਸਮਾਜਿਕ ਖੋਜ ਦੇ ਪੱਖੋਂ ਕਿੰਨੀ ਢੁਕਵੀਂ ਹੈ। ਮੈਂ ਇਸ ਨੂੰ ਜਿੰਨਾ ਵੀ ਹੋ ਸਕੇ ਸਰਲ ਕਰਕੇ ਦੱਸਦਾ ਹਾਂ। ਅਧਿਐਨਾਂ ਨੇ ਇਹ ਸਿੱਧ ਕੀਤਾ ਹੈ ਕਿ ਜੋ ਪ੍ਰਾਰਥਨਾ ਹੈ ਉਹ ਸੱਚਮੁੱਚ ਕਾਰਜਸ਼ੀਲ ਹੁੰਦੀ ਹੈ। ਕਿ ਮੈਂ ਆਪ ਵੱਲੋਂ ਆਮੀਨ ਆਖਿਆ ਜਾਣਾ ਸੁਣ ਸਕਦਾ ਹਾਂ? ਅਸੀਂ ਆਖਦੇ ਹਾਂ ਕਿ ਅਸੀਂ ਇਸ ਉੱਤੇ ਵਿਸ਼ਵਾਸ ਕਰਦੇ ਹਾਂ ਅਤੇ ਬਾਈਬਲ ਬਾਣੀ ਸਾਨੂੰ ਆਖਦੀ ਹੈ ਕਿ ਸਾਨੂੰ ਇਸ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਕਿ ਇਹ ਇਸ ਤਰ੍ਹਾਂ ਨਹੀਂ ਆਖਦੀ? ਜ਼ਰਮੀਆ ਨਬੀ ਦੀ ਪੁਸਤਕ 33 ਅਧਿਆਇ ਉਸ ਦੀ 3 ਐਤ ਦੇ ਵਚਨ ਇਸ ਤਰ੍ਹਾਂ ਆਖਦੇ ਹਨ, ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ ਅਤੇ ਮੈਂ ਤੈਨੂੰ ਵੱਡੀਆਂ ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ। ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤੁਸੀਂ ਪਾਓਗੇ ਔਰ ਖੜਖੜਾਓ ਤੇ ਤੁਹਾਡੇ ਲਈ ਖੋਲ੍ਹਿਆ ਜਾਵੇਗਾ। ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ, ਜਿਹੜਾ ਢੂੰਡਦਾ ਹੈ ਉਹ ਲੱਭਦਾ ਹੈ ਅਤੇ ਜਿਹੜਾ ਖੜਖੜਾਉਂਦਾ ਹੈ ਉਹ ਲਈ ਖੋਲ੍ਹਿਆ ਜਾਂਦਾ ਹੈ। यूहन्ना ਦੀ ਅੰਜੀਲ 14 ਦੇ 14 ਵਚਨ, ਜੇ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਜੋ ਕੁਝ ਮੰਗੋਗੇ ਮੈਂ ਤੁਹਾਡੇ ਲਈ ਉਹੀ ਕਰਾਂਗਾ। ਮੱਤੀ ਦੀ ਅੰਜੀਲ 21 ਦੇ 22 ਵਚਨ, ਅਤੇ ਸਭ ਕੁਝ ਜੋ ਤੁਸੀਂ ਨੇਚਾ ਨਾਲ ਪ੍ਰਾਰਥਨਾ ਕਰਕੇ ਮੰਗੋ ਸੋ ਪਾਓਗੇ ਅਤੇ ਮੇਰਾ ਮਨ ਪਾਓ। ਵਚਨ यूहन्ना ਦੀ ਅੰਜੀਲ 15 ਦੇ 7 ਵਚਨ ਹਨ। ਇਸ ਤਰ੍ਹਾਂ ਹਨ, ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਤੁਹਾਡੇ ਲਈ ਹੋ ਜਾਵੇਗਾ। ਯਕੂਬ ਦੀ ਪੱਤਰੀ 5 ਦੇ 16 ਐਤ ਦੇ ਵਚਨ ਇਸ ਤਰ੍ਹਾਂ ਹਨ, ਇਸ ਲਈ ਤੁਸੀਂ ਆਪੋ ਵਿੱਚ ਆਪਣੇ ਪਾਪਾਂ ਦਾ ਇਕਰਾਰ ਕਰੋ, ਇੱਕ ਦੂਜੇ ਲਈ ਪ੍ਰਾਰਥਨਾ ਕਰੋ ਭਾਈ ਤੁਸੀਂ ਨਰੋਏ ਹੋ ਜਾਓ। ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ। ਇਹ ਸਾਰੀਆਂ ਐਤਾਂ ਇੱਕ ਗੱਲ ਆਖਦੀਆਂ ਹਨ, ਪ੍ਰਾਰਥਨਾ ਕਾਰਜਸ਼ੀਲ ਹੁੰਦੀ ਹੈ। ਆਪ ਪਰਮੇਸ਼ਵਰ ਤੋਂ ਮੰਗਦੇ ਹੋ, ਉਹ ਆਪ ਦੀ ਸੁਣਦਾ ਹੈ ਅਤੇ ਉਹ ਉਸ ਨੂੰ ਕਰੇਗਾ। ਲੈਰੀ ਡੇਜ਼ੀ ਨੇ ਇੱਕ ਪੁਸਤਕ ਲਿਖੀ ਹੈ ਜਿਸ ਦਾ ਨਾਮ ਹੈ ਫਲਿੰਗ ਵਰਡ, ਪੌਲ ਨਰੋਏ ਕਰਨ ਵਾਲਾ ਵਚਨ, ਪ੍ਰਾਰਥਨਾ ਦੀ ਸ਼ਕਤੀ ਅਤੇ ਦਵਾਈ ਦੀ ਵਰਤੋਂ। ਆਪਣੀ ਪੁਸਤਕ ਵਿੱਚ ਉਹ ਦੱਸਦਾ ਹੈ ਕਿ ਉਹ 100 ਪ੍ਰਕਸ਼ਿਤ ਕੀਤੇ ਲੇਖਾਂ ਨੂੰ ਪੜ੍ਹ ਕੇ ਕਿਵੇਂ ਹੈਰਾਨ ਹੋਇਆ ਜੋ ਕਿ ਨੇਕ ਵਿਗਿਆਨ ਦਾ ਇਸਤੇਮਾਲ ਕਰਨ ਦੇ ਬਾਰੇ ਹਨ, ਜਿਨ੍ਹਾਂ ਵਿੱਚੋਂ ਅੱਧ ਤੋਂ ਵੱਧ ਇਹ ਪ੍ਰਗਟ ਕਰਦੇ ਹਨ ਕਿ ਜੋ ਪ੍ਰਾਰਥਨਾ ਹੈ ਉਹਨਾਂ ਲੋਕਾਂ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਲਿਆਉਂਦੀਆਂ ਹਨ ਜਿਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਉਹ ਇੰਨਾ ਜ਼ਿਆਦਾ ਨਿਸ਼ਚਿੰਤ ਇਸ ਸਬੂਤ ਦੇ ਬਾਰੇ ਹੋਇਆ ਜਿਸ ਨੂੰ ਉਸਨੇ ਪੜ੍ਹਿਆ ਸੀ ਕਿ ਉਸਨੇ ਆਖਿਆ ਕਿ ਵੈਦ ਜੋ ਹਨ, ਜੋ ਵੈਦ ਆਪਣੇ ਮਰੀਜ਼ ਦੇ ਲਈ ਪ੍ਰਾਰਥਨਾ ਨਹੀਂ ਕਰਦੇ ਉਹ ਆਪਣੇ ਕਾਰਜ ਵਿੱਚ ਧੋਖਾਦੇਹੀ ਦੇ ਦੋਸ਼ੀ ਹੋਏ ਹਨ। ਜੋ ਡੇਜ਼ੀ ਹੈ ਉਹ ਇੱਕ ਧਾਰਮਿਕ ਰੂੜਵਾਦੀ ਨਹੀਂ ਹੈ, ਉਹ ਤਾਂ ਇੱਕ ਨਿਰਪੱਖ ਸਮਾਜਿਕ ਵਿਗਿਆਨੀ ਹੈ, ਪਰ ਉਹ ਇੱਕ ਦ੍ਰਿੜ ਨਿਸ਼ਚਿਤਤਾ ਰੱਖਦਾ ਹੈ ਜੋ ਕਿ ਵਿਗਿਆਨ ਪ੍ਰਾਰਥਨਾ ਦੀ ਨਰੋਏ ਕਰਨ ਦੀ ਸ਼ਕਤੀ ਨੂੰ ਪੱਕਿਆ ਕਰਦਾ ਹੈ। ਅਤੇ ਉਸਨੇ ਲਿਖਿਆ ਸੀ, ਅਨੁਭਵ ਅਤੇ ਪ੍ਰਯੋਗ ਲੋਕਾਂ ਦੇ ਉੱਤੇ ਜੋ ਕੀਤੇ ਜਾਂਦੇ ਹਨ ਉਹਨਾਂ ਨੇ ਇਹ ਦਿਖਾਇਆ ਸੀ ਕਿ ਪ੍ਰਾਰਥਨਾ ਸਰਤਾਤਿਕ ਤੌਰ ਤੇ ਉਸ ਲਹੂ ਪ੍ਰਵਾਹ, ਜ਼ਖਮਾਂ, ਦਿਲ ਦੇ ਦੌਰਿਆਂ, ਸਿਰ ਦਰਦਾਂ ਅਤੇ ਚਿੰਤਾ ਨੂੰ ਪ੍ਰਭਾਵਿਤ ਕਰਦੀ ਹੈ। ਪ੍ਰਾਰਥਨਾ ਦੇ ਅਸਰ ਇਸ ਉੱਤੇ ਨਿਰਭਰ ਕਰਦਾ ਹੈ ਕਿ ਉਹ ਵਿਅਕਤੀ ਜਿਸ ਦੇ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ ਉਹ ਲਾਗੇ ਹੈ ਜਾਂ ਦੂਰ ਹੈ। ਇਸ ਤਰ੍ਹਾਂ ਜਾਪਦਾ ਹੈ ਕੁਝ ਵੀ ਪ੍ਰਾਰਥਨਾ ਦੇ ਪ੍ਰਭਾਵ ਨੂੰ ਰੋਕ ਜਾਂ ਬੰਦ ਨਹੀਂ ਕਰ ਸਕਦਾ। ਪ੍ਰਾਰਥਨਾ ਨਾਲ ਸੰਬੰਧਿਤ ਸਭ ਤੋਂ ਵੱਧ ਮਹੱਤਵਪੂਰਨ ਅਧਿਆਇ ਵਿੱਚੋਂ ਇੱਕ ਰਾਡਨੀ ਡਾਡ, ਜੋ ਕਿ ਇੱਕ ਡਾਕਟਰ ਸੀ, ਉਸ ਦੇ ਦੁਆਰਾ 1988 ਈਸਵੀ ਵਿੱਚ ਕੀਤਾ ਗਿਆ ਸੀ। ਇੱਕ ਬਹੁਤ ਹੀ ਸਾਵਧਾਨ ਤੌਰ ਤੇ ਨਿਯੰਤਰਿਤ ਕੀਤੇ ਪ੍ਰਯੋਗ ਵਿੱਚ 393 ਲੋਕਾਂ ਨੇ ਦਿਲ ਦੇ ਨਾਲ ਸੰਬੰਧਿਤ ਵਿਭਾਗ ਦੇ ਬਾਰੇ ਸੈਨ ਫਰਾਂਸਿਸਕੋ ਹਸਪੀਟਲ ਦੇ ਵਿੱਚ ਇਹ ਮੰਨਿਆ ਸੀ ਕਿ ਉਹ ਅਕਸਰ ਦੋ ਟੋਲਿਆਂ ਵਿੱਚ ਵੰਡੇ ਗਏ ਸਨ। ਅੱਧੀ ਟੋਲੀ ਨੇ ਸ਼ਰਧਾਪੂਰਨ ਮਸੀਹਾਂ ਦੇ ਵੱਲੋਂ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਗਈ ਸੀ ਜੋ ਕਿ ਇੱਕ ਕਾਰਜਸ਼ੀਲ ਮਸੀਹੀ ਜੀਵਨ ਬਿਤਾਉਂਦੇ ਸਨ, ਜਿਸ ਦਾ ਪ੍ਰਗਟਾਵਾ ਉਹਨਾਂ ਦੀ ਰੋਜ਼ ਦੀ ਸ਼ਰਧਾਪੂਰਨ ਪ੍ਰਾਰਥਨਾ ਤੇ ਕਾਰਜਸ਼ੀਲ ਮਸੀਹੀ ਸੰਗਤੀ ਜੋ ਇੱਕ ਸਥਾਨਿਕ ਕਲੀਸਿਆ ਦੇ ਨਾਲ ਰੱਖਦੇ ਸਨ ਉਸ ਨੂੰ ਪ੍ਰਗਟ ਕੀਤਾ ਸੀ। ਦੂਸਰੀ ਟੋਲੀ ਨੇ ਉਹਨਾਂ ਦੇ ਲਈ ਕੋਈ ਪ੍ਰਾਰਥਨਾ ਨਹੀਂ ਸੀ ਕੀਤੀ। ਹਰੇਕ ਮਰੀਜ਼ ਪ੍ਰਾਰਥਨਾ ਦੇ ਦੁਆਰਾ ਨਾਮ ਪ੍ਰਾਰਥਨਾ ਕਰਨ ਵਾਲੀ ਟੋਲੀ ਨੂੰ ਦਿੱਤਾ ਗਿਆ ਸੀ। ਉਸ ਦਾ ਨਾਮ ਅਤੇ ਉਸ ਦੀ ਆਮ ਹਾਲਤ ਉਸ ਪ੍ਰਾਰਥਨਾ ਕਰਨ ਵਾਲੀ ਟੋਲੀ ਨੂੰ ਦਿੱਤਾ ਗਿਆ ਸੀ ਜਿਸ ਨੇ ਉਸ ਦੇ ਠੀਕ ਹੋਣ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਸਹਿਮਤੀ ਦਿਖਾਈ ਸੀ। ਦੂਸਰੀ ਟੋਲੀ ਨੇ ਕੋਈ ਵੀ ਪ੍ਰਾਰਥਨਾ ਨਹੀਂ ਸੀ ਹਾਸਲ ਕੀਤੀ। ਜਦੋਂ ਇਸ ਪ੍ਰਯੋਗ ਦੇ ਲਈ ਠਹਿਰਾਇਆ ਸਮਾਂ ਸਮਾਪਤ ਹੋਇਆ ਅਤੇ ਜਦੋਂ ਸਾਰੇ ਫਰਕ ਇੱਕ ਬਹੁਤ ਭਿੰਨ-ਭਿੰਨ ਗੱਲਾਂ ਦੇ ਨਾਲ ਸੰਬੰਧਿਤ ਸਰਵੇਖਣ ਦੇ ਲਈ
ਉਪਲਬਧ ਕਰਾਏ ਗਏ ਸਨ, ਤਦ ਉਹ ਜਿਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਗਈ ਸੀ, ਉਹ ਬਹੁਤ ਬਿਹਤਰ ਕੀਤੇ ਗਏ ਸਨ। ਉਹ ਜਲਦੀ ਠੀਕ ਹੋਏ ਸਨ। ਉਹਨਾਂ ਨੇ ਹਸਪਤਾਲ ਵਿੱਚ ਘੱਟ ਦਿਨ ਬਿਤਾਏ ਸਨ ਅਤੇ ਇਸ ਦੇ ਇਨਕਾਰ ਕਰਨ ਦਾ ਕੋਈ ਵੀ ਤਰੀਕਾ ਨਹੀਂ ਹੋ ਸਕਦਾ ਕਿ ਇਸ ਦੇ ਵਿੱਚ ਇੱਕ ਬਹੁਤ ਹੀ ਅਦਭੁਤ ਫ਼ਰਕ ਉਸ ਟੋਲੀ ਦੇ ਵਿੱਚ ਦੇਖਿਆ ਗਿਆ, ਜਿਸ ਦੇ ਲਈ ਪ੍ਰਾਰਥਨਾ ਕੀਤੀ ਗਈ ਸੀ, ਅਤੇ ਉਹ ਟੋਲੀ ਜਿਸ ਦੇ ਲਈ ਕੋਈ ਪ੍ਰਾਰਥਨਾ ਨਹੀਂ ਸੀ ਕੀਤੀ ਗਈ। ਇਸ ਅਧਿਐਨ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਸੁਧਾਰੇ ਗਏ ਪ੍ਰਾਰਥਨਾ ਟੋਲੀ ਦੇ ਖਾਲਕ ਦੇ ਨਾਲ ਸੰਬੰਧਿਤ ਦੋ ਵਿਆਖਿਆਵਾਂ ਪਾਈਆਂ ਜਾਂਦੀਆਂ ਸਨ। ਪਹਿਲੀ, ਇਹ ਤਾਂ ਬਸ ਇੱਕ ਮੌਕੇ ਦੇ ਕਰਕੇ ਵਰਪਿਆ ਸੀ, ਜਾਂ ਫਿਰ ਦੂਸਰੀ ਗੱਲ ਇੱਕ ਪ੍ਰਾਰਥਨਾ ਦੇ ਨਤੀਜੇ ਵਜੋਂ। ਹੁਣ ਇਹ ਬਸ ਕਿਸੇ ਮੌਕੇ ਦੇ ਕਾਰਨ ਵਰਪਣਾ, ਇਹ ਤਾਂ 10,000 ਵਿੱਚੋਂ ਇੱਕ ਦੀ ਔਸਤ ਨਾਲ ਹੋ ਸਕੇਗਾ। ਇਸ ਤਰ੍ਹਾਂ ਜਦੋਂ ਤੱਕ ਆਪ ਇਹ ਨਹੀਂ ਸੋਚਦੇ ਕਿ ਇਹ ਅਧਿਐਨ ਸਿਰਫ 10,000 ਵਿੱਚੋਂ ਇੱਕ ਦੇ ਉੱਤੇ ਵਰਪਿਆ ਹੈ, ਤਦ ਇਹ ਫਰਕ ਜੋ ਹੈ ਪ੍ਰਾਰਥਨਾ ਦੇ ਨਾਲ ਜੁੜਿਆ ਹੋ ਸਕਦਾ ਹੈ। ਅਤੇ ਉਹ ਲੇਖਕ ਜਿਸ ਨੇ ਇਸ ਪ੍ਰਯੋਗ ਦੇ ਬਾਰੇ ਲਿਖਿਆ ਸੀ, ਉਸ ਨੇ ਇਸ ਬਿਆਨ ਨੂੰ ਜੋ ਉਸ ਨੇ ਲਿਖਿਆ ਸੀ, ਇਸ ਦੇ ਨਾਲ ਮੈਂ ਦਿਲੋਂ ਸਹਿਮਤ ਹਾਂ। ਉਸ ਨੇ ਆਖਿਆ, ਜੇਕਰ ਇਹ ਕਿਸੇ ਨਈ ਦਵਾਈ ਦਾ ਮੁਲਕਣ ਹੁੰਦਾ ਜੋ ਕਿ ਦਿਲ ਦੇ ਰੋਗ ਨਾਲ ਸੰਬੰਧਿਤ ਵਿਭਾਗ ਦੇ ਮਰੀਜ਼ਾਂ ਦੀ ਹਾਲਤ ਨੂੰ ਸੁਧਾਰਨ ਦੇ ਲਈ ਕੀਤਾ ਜਾਂਦਾ, ਤਦ ਇਸ ਨੂੰ ਇੱਕ ਨਵੀਂ ਤਕਨੀਕ ਵਜੋਂ ਅਪਣਾਇਆ ਜਾਂਦਾ ਅਤੇ ਇਸ ਨੂੰ ਸੇਵਾ ਵਿੱਚ ਲਗਾ ਦਿੱਤਾ ਜਾਂਦਾ। ਪਰ ਕਿਉਂਕਿ ਇਹ ਆਰਗੈਨਿਕ ਹੈ ਅਤੇ ਇੱਕ ਪ੍ਰਾਰਥਨਾ ਹੈ, ਇੱਕੋ ਹੀ ਇੱਕ ਸਥਾਨ ਜਿਸ ਦੇ ਬਾਰੇ ਆਪ ਸਿਰਫ ਕਲੀਸਿਆ ਵਿੱਚ ਸੁਣ ਜਾ ਰਹੇ ਹੋ, ਮੈਂ ਆਪ ਨੂੰ ਦੁਬਾਰਾ ਫਿਰ ਦੱਸਣ ਦੀ ਖੁਆਇਸ਼ ਰੱਖਦਾ ਹਾਂ ਕਿ ਪ੍ਰਾਰਥਨਾ ਕਾਰਜਸ਼ੀਲ ਹੁੰਦੀ ਹੈ। ਨੰਬਰ 5, ਸਿੱਟਾ। ਸਾਨੂੰ ਸ਼ਿਕਾਰ ਹੋਏ ਲੋਕਾਂ ਦੇ ਵਾਂਗ ਅਧਿਕਾਰੀਕਰਨ ਤੋਂ ਰੋਕਣ ਦੀ ਲੋੜ ਹੈ। ਸਭ ਤੋਂ ਪਹਿਲਾਂ ਮੈਂ ਸੋਚਦਾ ਹਾਂ ਕਿ ਇਹ ਉਹ ਸਮਾਂ ਹੈ ਜਦੋਂ ਅਸੀਂ ਮਸੀਹ ਹੋਣ ਵਜੋਂ ਫਤਿਹਮੰਦ ਲੋਕਾਂ ਵਾਂਗ ਅਧਿਕਾਰੀਕਰਨ ਦਾ ਆਰੰਭ ਕਰੀਏ ਅਤੇ ਸ਼ਿਕਾਰ ਹੋਏ ਲੋਕਾਂ ਦੀ ਅਧਿਕਾਰੀ ਬੰਦ ਕਰੀਏ। ਅਸੀਂ ਵਿਸ਼ਵਾਸੀਆਂ ਦੇ ਸ਼ਿਕਾਰ ਹੋਣ ਦੀ ਭਿਆਨਕ ਭਾਵਨਾ ਪਾਈ ਹੋਈ ਹੈ। ਜਿੱਥੇ ਵੀ ਆਪ ਜਾਂਦੇ ਹੋ, ਆਪ ਇਹ ਸੁਣਦੇ ਹੋ ਕਿ ਇਹ ਕਿੰਨਾ ਭਿਆਨਕ ਹੈ ਕਿ ਵਿਸ਼ਵਾਸੀਆਂ ਨੂੰ ਲਿਆਇਆ ਜਾਂਦਾ ਹੈ ਅਤੇ ਅਸੀਂ ਇੱਕ ਸਭਾ ਦੇ ਵਿੱਚ ਹਮੇਸ਼ਾ ਹੀ ਇਹ ਵਿਸ਼ਾ ਬਣੇ ਰਹਿੰਦੇ ਹਾਂ। ਇੱਕ ਸਭਾ ਦੇ ਵਿੱਚ ਇਸ ਦਾ ਇੱਕ ਵਿਸ਼ਾ ਹੈ, ਇੱਕੋ ਇੱਕ ਕਾਰਨ ਜੋ ਕਿ ਸੱਚ ਹੈ, ਉਹ ਇਹ ਹੈ ਕਿ ਉਹ ਇਸ ਦੇ ਭੇਤ ਨੂੰ ਨਹੀਂ ਜਾਣਦੇ। ਉਹ ਨਹੀਂ ਜਾਣਦੇ ਕਿ ਅਸੀਂ ਕਿੰਨੇ ਭਲੇ ਬਣ ਚੁੱਕੇ ਹਾਂ। ਉਹ ਨਹੀਂ ਜਾਣਦੇ ਕਿ ਅਸੀਂ ਲੰਬੀ ਉਮਰ ਜਿਉਂਦੇ ਹਾਂ। ਉਹ ਨਹੀਂ ਜਾਣਦੇ ਕਿ ਅਸੀਂ ਆਪਣੇ ਕਾਰੋਬਾਰੀ ਜੀਵਨਾਂ ਵਿੱਚ ਜ਼ਿਆਦਾ ਸਫਲ ਹੁੰਦੇ ਹਾਂ ਅਤੇ ਉਹ ਨਹੀਂ ਜਾਣਦੇ ਕਿ ਅਸੀਂ ਆਪਣੀਆਂ ਕਦਰਾਂ ਕੀਮਤਾਂ ਨੂੰ ਬਿਹਤਰ ਤੌਰ ਤੇ ਆਪਣੇ ਬੱਚਿਆਂ ਤੱਕ ਪਹੁੰਚਾਉਂਦੇ ਹਾਂ। ਉਹ ਨਹੀਂ ਜਾਣਦੇ ਕਿ ਪ੍ਰਾਰਥਨਾ ਸੱਚਮੁੱਚ ਕਾਰਜਸ਼ੀਲ ਕਰਦੀ ਹੈ ਅਤੇ ਇਸ ਤਰ੍ਹਾਂ ਜੋ ਕੁਝ ਉਹ ਨਹੀਂ ਜਾਣਦੇ, ਉਹ ਉਹਨਾਂ ਦੀ ਆਲੋਚਨਾ ਦਾ ਸਰੋਤ ਬਣ ਜਾਂਦਾ ਹੈ। ਸਾਨੂੰ ਇਸ ਸੱਚਾਈ ਦੇ ਬਾਰੇ ਉਤੇਜਿਤ ਹੋਣਾ ਚਾਹੀਦਾ ਹੈ ਕਿ ਅਸੀਂ ਫਤਿਹਮੰਦ ਹਾਂ ਅਤੇ ਬਿਨਾਂ ਝਿਜਕ ਸਾਨੂੰ ਇਸ ਦੇ ਉੱਤੇ ਘਮੰਡ ਕਰਨਾ ਚਾਹੀਦਾ ਹੈ। ਅਸੀਂ ਉਸ ਰਾਜੇ ਦੇ ਬਾਲਕ ਹਾਂ ਅਤੇ ਉਹ ਜੀਵਨ ਜੋ ਅਸੀਂ ਜਿਉਂਦੇ ਹਾਂ, ਉਹ ਸੱਚਮੁੱਚ ਭਲਾ ਜੀਵਨ ਹੈ। ਯਿਸੂ ਨੇ ਇਸ ਤਰ੍ਹਾਂ ਆਖਿਆ ਸੀ, ਮੈਂ ਆਇਆ ਹਾਂ ਤਾਂ ਕਿ ਉਹ ਜਿਉਣ ਪਾਉਣ ਅਤੇ ਉਹ ਇਸ ਨੂੰ ਕਿਸ ਤਰ੍ਹਾਂ ਪਾਉਣ, ਬਹੁਤਾਤ ਨਾਲ ਪਾਉਣ, ਅਤੇ ਸਾਡੇ ਕੋਲ ਉਹ ਹੈ। ਬਾਈਬਲ ਸਿਖਾਉਂਦੀ ਹੈ ਕਿ ਹੁਣ ਉਹ ਵਿਗਿਆਨੀ ਜੋ ਇਸ ਦਾ ਅਧਿਐਨ ਕਰਦੇ ਹਨ, ਉਹ ਸਾਡੇ ਨਾਲ ਮਿਲ ਚੁੱਕੇ ਹਨ ਅਤੇ ਉਹਨਾਂ ਨੇ ਆਖਿਆ ਸੀ ਕਿ ਆਪ ਇਸ ਦੇ ਬਾਰੇ ਜਾਣਦੇ ਹੋ। ਹੈਰਾਨੀ ਦੀ ਗੱਲ ਹੈ, ਇਹ ਤਾਂ ਸੱਚ ਵੀ ਹੈ। ਇਸ ਦੇ ਲਈ ਜੇਕਰ ਆਪ ਆਪਣਾ ਸਿਰ ਝੁਕਾ ਕੇ ਇੱਧਰ ਉੱਧਰ ਜਾ ਰਹੇ ਹੋ, ਕਿਉਂਕਿ ਉਸ ਦੋਸ਼ ਦੇ ਕਰਕੇ ਜੋ ਆਪ ਕੰਮ ਦੇ ਸਥਾਨ ਉੱਤੇ ਜਾ ਰਹੇ ਹੋ, ਕਿਧਰੇ ਵੀ ਕਿਉਂ ਨਾ ਹੋਵੇ, ਆਪ ਹੁਣ ਅੱਗੇ ਨੂੰ ਮੇਰੇ ਦੋਸਤੋ ਇਸ ਤਰ੍ਹਾਂ ਨਾ ਕਰੋ। ਆਪ ਹਾਰਨ ਵਾਲੀ ਟੀਮ ਵਿੱਚ ਨਹੀਂ ਹੋ, ਆਪ ਤਾਂ ਜਿੱਤਣ ਵਾਲੀ ਟੀਮ ਵਿੱਚ ਹੋ। ਅਸੀਂ ਤਾਂ ਅੰਤ ਵਿੱਚ ਸਿਰਫ ਜਿੱਤਣ ਹੀ ਨਹੀਂ ਜਾ ਰਹੇ, ਅਸੀਂ ਤਾਂ ਹਰ ਰੋਜ਼ ਜਿੱਤ ਰਹੇ ਹਾਂ। ਅਸੀਂ ਜੇਤੂ ਹਾਂ, ਨਾ ਕਿ ਸ਼ਿਕਾਰ। ਆਮੀਨ। ਨੰਬਰ 2, ਸਾਨੂੰ ਖਿਮਾ ਮੰਗਣਾ ਬੰਦ ਕਰਨ ਦੀ ਲੋੜ ਹੈ। ਦੂਸਰੀ ਗੱਲ, ਇਹ ਸਮਾਂ ਜੋ ਕੁਝ ਪਰਮੇਸ਼ਰ ਸਾਡੇ ਜੀਵਨ ਵਿੱਚ ਕਾਮਯਾਬੀ ਲਿਆਉਂਦਾ ਹੈ, ਉਸ ਦੇ ਲਈ ਖਿਮਾ ਮੰਗਣਾ ਬੰਦ ਕਰਨਾ ਚਾਹੀਦਾ ਹੈ। ਜੇਕਰ ਆਪ ਅੱਜ ਧਿਆਨ ਨਾਲ ਉਸ ਦੇ ਪਿੱਛੇ ਲੱਗੋਗੇ, ਜੋ ਕੁਝ ਬਾਈਬਲ ਬਾਣੀ ਵਿੱਚ ਅਸੀਂ ਸੁਣ ਚੁੱਕੇ ਹਾਂ, ਜੋ ਕਿ ਇੱਕ ਵਿਸ਼ਵਾਸੀ ਨੂੰ ਇਹ ਯਾਦ ਕਰਾਉਂਦਾ ਹੈ ਕਿ ਜੇਕਰ ਅਸੀਂ ਸਫਲਤਾ ਪਾਉਂਦੇ ਹਾਂ, ਤਦ ਇਹ ਤਾਂ ਬਸ ਇਸੇ ਕਰਕੇ ਹੁੰਦਾ ਹੈ ਕਿਉਂਕਿ ਪ੍ਰਭੂ ਤੁਹਾਡੇ ਨਾਲ ਹੈ। ਕਿਰਪਾ ਕਰਕੇ ਮੇਰੀ ਗੱਲ ਸੁਣੋ। ਮੈਂ ਖੁਸ਼ਹਾਲੀ ਨਾਲ ਸੰਬੰਧਿਤ ਪਰਮੇਸ਼ਰ ਦੀ ਸਿੱਖਿਆ ਦੇ ਬਾਰੇ ਨਹੀਂ ਗੱਲ ਕਰ ਰਿਹਾ। ਮੈਂ ਆਖ ਰਿਹਾ ਹਾਂ ਕਿ ਪਰਮੇਸ਼ਰ ਆਪਣੇ ਬੱਚਿਆਂ ਨੂੰ ਬਰਕਤ ਦੇਣ ਦੀ ਖੁਆਇਸ਼ ਰੱਖਦਾ ਹੈ ਅਤੇ ਜੇਕਰ ਉਹ ਇਸ ਤਰ੍ਹਾਂ ਕਰਨ ਨੂੰ ਚੁਣਦਾ ਹੈ, ਤਾਂ ਸਾਨੂੰ ਧੰਨਵਾਦ ਕਰਨ ਲਈ ਆਪਣੇ ਮੂੰਹ ਭਰਨੇ ਡਿੱਗਣਾ ਚਾਹੀਦਾ ਹੈ ਅਤੇ ਫਿਰ ਇਹਨਾਂ ਅਦਭੁਤ ਬਰਕਤਾਂ ਦਾ ਆਨੰਦ ਮਾਣਨਾ ਚਾਹੀਦਾ ਹੈ ਜੋ ਉਹ ਸਾਡੇ ਜੀਵਨਾਂ ਵਿੱਚ ਲਿਆ ਚੁੱਕਾ ਹੈ। ਕੀ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ? ਸਾਨੂੰ ਉਸ ਦੇ ਬਾਰੇ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ। ਜੇਕਰ ਪਰਮੇਸ਼ਰ ਨੇ ਆਪ ਨੂੰ ਬਰਕਤ ਦਿੱਤੀ ਹੈ,
ਆਪ ਨੂੰ ਤਾਂ ਬਸ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਇਹ ਕਿੱਥੋਂ ਆਈ ਸੀ। ਇਹ ਪਰਮੇਸ਼ਰ ਕੋਲੋਂ ਆਈ ਸੀ, ਕਿਉਂਕਿ ਉਹ ਇੱਕ ਭਲਾ ਪਰਮੇਸ਼ਰ ਹੈ। ਨੰਬਰ 3, ਸਾਨੂੰ ਆਪਣੇ ਪਰਿਵਾਰ ਉੱਤੇ ਇੱਕ ਪੀੜ੍ਹੀ ਨਾਲ ਸੰਬੰਧਿਤ ਧਿਆਨ ਕਰਨ ਦੀ ਲੋੜ ਹੈ। ਤੀਸਰੀ ਗੱਲ, ਹੋ ਸਕਦਾ ਹੈ ਕਿ ਇਹ ਸਮਾਂ ਸਾਡੇ ਪਰਿਵਾਰਾਂ ਉੱਤੇ ਇੱਕ ਪੀੜ੍ਹੀ ਨਾਲ ਸੰਬੰਧਿਤ ਨਜ਼ਰ ਮਾਰਨ ਦੀ ਲੋੜ ਹੈ, ਕਿ ਸਾਡੇ ਕੋਲ ਅਗਲੀ ਪੀੜ੍ਹੀ ਤੋਂ ਅੱਗੇ ਅਗਲੀਆਂ ਪੀੜ੍ਹੀਆਂ ਵੱਲ ਤੱਕਣ ਦਾ ਦਰਸ਼ਨ ਹੈ। ਜੇਕਰ ਪ੍ਰਭੂ ਆਪਣੇ ਆਉਣ ਵਿੱਚ ਦੇਰੀ ਕਰੇ, ਮੈਨੂੰ ਉਸ ਦੀ ਯਾਦ ਦਿਲਾਈ ਗਈ ਹੈ ਜੋ ਕੁਝ ਪੌਲੁਸ ਨੇ ਆਪਣੀ ਤਿਮੋਥੀਉਸ ਨੂੰ ਲਿਖੀ ਪੱਤਰੀ ਦੇ ਵਿੱਚ ਆਖਿਆ ਸੀ। ਜਦੋਂ ਉਸ ਨੂੰ ਲਿਖਿਆ ਸੀ ਅਤੇ ਯਾਦ ਕਰਾਇਆ ਸੀ ਕਿ ਉਹ ਇੱਕ ਮਸੀਹੀ ਸੀ, ਕਿਉਂਕਿ ਉਹ ਤਾਂ ਉਸ ਦੀ ਨਾਨੀ ਲੂਸ, ਜਿਸ ਨੇ ਉਸ ਨੂੰ ਇਹ ਨੇਚਾ ਬਖਸ਼ੀ ਸੀ, ਉਹ ਇੱਕ ਤੀਸਰੀ ਪੀੜ੍ਹੀ ਦਾ ਮਸੀਹੀ ਸੀ ਅਤੇ ਇਸ ਦਾ ਆਰੰਭ ਉਸ ਦੀ ਨਾਨੀ ਦੇ ਨਾਲ ਹੋਇਆ ਸੀ। ਨੰਬਰ 4, ਸਾਨੂੰ ਇੱਕ ਈਸ਼ਵਰੀ ਵਿਰਾਸਤ ਦਾ ਆਰੰਭ ਬਣਨ ਦੀ ਲੋੜ ਹੈ। ਚੌਥੀ ਗੱਲ, ਜੇਕਰ ਆਪ ਕੋਲ ਪਿੱਛੇ ਜਾਣ ਲਈ ਕੋਈ ਈਸ਼ਵਰੀ ਵਿਰਾਸਤ ਨਹੀਂ ਹੈ, ਤਦ ਮੈਂ ਆਪ ਨੂੰ ਇਹ ਛੋਟਾ ਜਿਹਾ ਉਤਸ਼ਾਹਿਤ ਕਰਨ ਵਾਲਾ ਵਚਨ ਦਿੰਦਾ ਹਾਂ। ਆਪ ਭਵਿੱਖ ਦੇ ਲਈ ਇੱਕ ਈਸ਼ਵਰੀ ਵਿਰਾਸਤ ਦਾ ਆਰੰਭ ਬਣਦੇ ਹੋ। ਆਪ ਠੀਕ ਜਿੱਥੇ ਉੱਥੇ ਹੀ ਆਰੰਭ ਕਰੋ। ਟੌਮੀ ਦੇ ਬਾਰੇ ਸੋਚੋ, ਜੋ 14 ਸਾਲ ਦਾ ਲੜਕਾ ਜਿਸ ਦਾ ਪੂਰਾ ਘਰਾਨਾ ਨਾ ਬਚਾਇਆ ਹੋਇਆ ਸੀ ਅਤੇ ਉਹ ਇੱਕ ਰਾਤ ਡੀਐਲ ਮੋਡੀ ਦੀ ਸਭਾ ਦੇ ਵਿੱਚ ਵਚਨ ਸੁਣਨ ਦੇ ਲਈ ਗਿਆ ਅਤੇ ਉਹ ਬਚਾਇਆ ਗਿਆ ਸੀ ਅਤੇ ਉਸ ਨੇ ਇੱਕ ਵਿਧੀ ਦਾ ਆਰੰਭ ਕੀਤਾ ਜੋ ਅੱਗੇ ਵੱਧਦੀ ਗਈ ਅਤੇ ਵੱਧਦੀ ਗਈ, ਜਦੋਂ ਤੱਕ ਮੈਂ ਉਸ ਦੇ ਲੇਖ ਵਿੱਚ ਨਹੀਂ ਸੀ ਪੜ੍ਹਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਆਖਿਆ ਸੀ ਕਿ ਉਸ ਦੇ 102 ਰਿਸ਼ਤੇਦਾਰ ਹਨ, ਠੀਕ ਉਸ ਸਮੇਂ ਜੋ ਕਿ ਪੂਰਾ ਸਮਾਂ ਕਿਸੇ ਨਾ ਕਿਸੇ ਮਿਆਰ ਵਿੱਚ ਪਰਮੇਸ਼ਰ ਦੀ ਸੇਵਾ ਕਰਨ ਵਿੱਚ ਲੱਗੇ ਰਹੇ ਸਨ। ਅਤੇ ਇਹ ਤਾਂ ਬਹੁਤ ਹੈਰਾਨ ਕਰਨ ਵਾਲੀ ਗੱਲ ਸੀ, ਕਿਉਂਕਿ ਉਸ ਨੂੰ ਉਹਨਾਂ ਸਾਰਿਆਂ ਨੂੰ ਕ੍ਰਿਸਮਸ ਕਾਰਡ ਭੇਜਣੇ ਪੈਂਦੇ ਸਨ। ਨੰਬਰ 5, ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ। ਆਖਰੀ ਪਰ ਕਿਸੇ ਪੱਖੋਂ ਮਹੱਤਵ ਵਿੱਚ ਘੱਟ ਨਹੀਂ ਹੈ। ਆਓ ਅਸੀਂ ਇਸ ਦੀ ਯਾਦ ਦਿਲਾਈਏ ਕਿ ਪ੍ਰਾਰਥਨਾ ਸੱਚਮੁੱਚ ਕਾਰਜਸ਼ੀਲ ਹੁੰਦੀ ਹੈ। ਪਰਮੇਸ਼ਰ ਜ਼ਰੂਰ ਪ੍ਰਾਰਥਨਾ ਦਾ ਉੱਤਰ ਦਿੰਦਾ ਹੈ। ਪਰਮੇਸ਼ਰ ਵਿਸ਼ਵਾਸਯੋਗ ਹੈ, ਉਹ ਇਸ ਦੇ ਯੋਗ ਹੈ। ਬਾਈਬਲ ਇਹਨਾਂ ਬਚਨਾਂ ਨੂੰ ਬਾਰ-ਬਾਰ ਦੁਹਰਾਉਂਦੀ ਹੈ। ਉਹ 3 ਯਹੂਦੀ ਨੌਜਵਾਨ ਨੂੰ ਅੱਗ ਦੀ ਭੱਠੀ ਵਿੱਚੋਂ ਬਚਾਉਣ ਦੇ ਯੋਗ ਹੈ। ਉਹ ਦਾਨੀਏਲ ਨੂੰ ਸ਼ੇਰਾਂ ਦੇ ਮੂੰਹਾਂ ਵਿੱਚੋਂ ਬਚਾਉਣ ਦੇ ਯੋਗ ਹੈ। ਉਹ ਇੱਕ ਬੱਚਾ 90 ਸਾਲ ਦੀ ਬੁੱਢੀ ਸਾਰਾ ਨੂੰ ਦੇਣ ਦੇ ਯੋਗ ਹੈ। ਉਹ ਆਪਣੇ ਚੇਲਿਆਂ ਨੂੰ ਜੋ ਕੁਝ ਵੀ ਉਹਨਾਂ ਨੂੰ ਜ਼ਰੂਰਤ ਹੈ ਦੇਣ ਦੇ ਯੋਗ ਹੈ। ਉਹ ਉਹਨਾਂ ਸਭਨਾਂ ਦੀ ਪੂਰੀ ਮੁਕਤੀ ਕਰਨ ਦੇ ਯੋਗ ਹੈ ਜੋ ਯਿਸੂ ਮਸੀਹ ਦੇ ਰਾਹੀਂ ਉਸ ਦੇ ਕੋਲ ਆਉਂਦੇ ਹੋਣ। ਉਹ ਉਸ ਤੋਂ ਵੱਧ ਕੇ ਕਰਨ ਦੇ ਯੋਗ ਹੈ। ਉਹ ਸਭ ਜੋ ਅਸੀਂ ਉਸ ਤੋਂ ਮੰਗਦੇ ਹਾਂ, ਕਲਪਨਾ ਕਰਦੇ ਹਾਂ, ਪਰਮੇਸ਼ਰ ਇਸ ਦੇ ਯੋਗ ਹੈ। ਅਤੇ ਇਸੇ ਕਰਕੇ ਜਦੋਂ ਆਪ ਪ੍ਰਾਰਥਨਾ ਕਰਦੇ ਹੋ, ਆਪ ਨਿਚਿੰਤਾ ਦੇ ਨਾਲ ਪ੍ਰਾਰਥਨਾ ਕਰੋ। ਆਪ ਜਾਣਦੇ ਹੋ ਕਿ ਪਰਮੇਸ਼ਰ ਜੋ ਕੁਝ ਕਰਨ ਦੇ ਯੋਗ ਹੈ। ਜਦੋਂ ਡਾਕਟਰ ਆਖਦੇ ਹਨ ਕਿ ਇਹ ਕੰਮ ਨਹੀਂ ਕਰੇਗਾ, ਤਦ ਉਹ ਸਾਡਾ ਆਖਰੀ ਉੱਤਰ ਹੈ, ਕਿਉਂਕਿ ਪਰਮੇਸ਼ਰ ਯੋਗ ਹੈ। ਉਸ ਨੇ ਇੱਕ ਪੁਸਤਕ ਪ੍ਰਾਰਥਨਾ ਦੇ ਬਾਰੇ ਲਿਖੀ ਜਿਸ ਦਾ ਨਾਮ ਬਹੁਤ ਪ੍ਰਾਰਥਨਾ ਨਾ ਕਰਨ ਦੇ ਲਈ ਬਹੁਤ ਜ਼ਿਆਦਾ ਮਗਨ। ਇਸ ਪੁਸਤਕ ਵਿੱਚ ਉਹ ਵਿਖਿਆਲ ਕਰਦਾ ਹੈ ਕਿ ਜਦੋਂ ਮੈਂ ਦਿਲ ਦੀ ਗਹਿਰਾਈ ਦੇ ਨਾਲ ਪ੍ਰਾਰਥਨਾ ਕਰਨਾ ਆਰੰਭ ਕੀਤਾ, ਤਦ ਮੈਂ ਇਹ ਜਾਣਿਆ ਕਿ ਜੇਕਰ ਆਪ ਪਰਮੇਸ਼ਰ ਨੂੰ ਆਪਣੀਆਂ ਰੋਜ਼ਾਨਾ ਦੀਆਂ ਚੁਣੌਤੀਆਂ ਵਿੱਚ ਇਸ ਨੂੰ ਸ਼ਾਮਲ ਕਰਨ ਦੇ ਲਈ ਪਰਮੇਸ਼ਰ ਨੂੰ ਸੱਦਾ ਦੇਣ ਦੀ ਖੁਆਇਸ਼ ਰੱਖੋ, ਤਦ ਆਪ ਇਸ ਦੇ ਆਪਣੇ ਘਰ ਵਿੱਚ ਫਤਿਹ ਪਾਉਣ ਵਾਲੀ ਸ਼ਕਤੀ ਦਾ ਅਨੁਭਵ ਕਰੋਗੇ। ਇੱਕ ਖਰੀਦ ਕਰਨ ਵਾਲੇ ਸਥਾਨ ਵਿੱਚ, ਚੀਜ਼ਾਂ ਵਿੱਚ, ਕਲੀਸਿਆ ਵਿੱਚ, ਜਿੱਥੇ ਵੀ ਇਸ ਦਾ ਸਭ ਤੋਂ ਵੱਧ ਜ਼ਰੂਰਤ ਹੋਵੇ। ਇਸ ਦਾ ਦੂਸਰਾ ਪੱਖ ਇਸ ਤਰ੍ਹਾਂ ਹੈ, ਪਰਮੇਸ਼ਰ ਦੇ ਲਈ ਆਪ ਦੇ ਜੀਵਨ ਦੇ ਵਿੱਚ ਉਸ ਦੀ ਸ਼ਕਤੀ ਨੂੰ ਲਿਆਉਣਾ ਕਠਿਨ ਹੁੰਦਾ ਹੈ। ਜਦੋਂ ਆਪ ਆਪਣੇ ਹੱਥ ਆਪਣੀ ਜੇਬ ਵਿੱਚ ਪਾਉਂਦੇ ਹੋ ਅਤੇ ਆਖਦੇ ਹੋ ਕਿ ਮੈਂ ਖੁਦ ਹੀ ਇਸ ਨੂੰ ਸੰਭਾਲ ਸਕਦਾ ਹਾਂ, ਜੇਕਰ ਆਪ ਇਸ ਤਰ੍ਹਾਂ ਕਰਦੇ ਹੋ ਤਦ ਹੈਰਾਨ ਨਾ ਹੋਵੋ ਜੇਕਰ ਇੱਕ ਦਿਨ ਆਪ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਯੁੱਧ ਦਾ ਜੋ ਪ੍ਰਭਾਵ ਹੈ ਉਹ ਤੁਹਾਡੇ ਵਿਰੁੱਧ ਹੋ ਚੁੱਕਾ ਹੈ ਅਤੇ ਆਪ ਇਸ ਦੇ ਬਾਰੇ ਕੁਝ ਵੀ ਕਰਨ ਦੇ ਲਈ ਅਸਮਰਥ ਹੋ। ਨਾ ਪ੍ਰਾਰਥਨਾ ਕਰਨ ਵਾਲੇ ਲੋਕ ਪਰਮੇਸ਼ਰ ਦੀ ਸ਼ਕਤੀ ਤੋਂ ਆਪਣੇ ਆਪ ਨੂੰ ਦੂਰ ਕਰ ਲੈਂਦੇ ਹੋ ਅਤੇ ਇਸ ਦਾ ਅਕਸਰ ਜੋ ਨਤੀਜਾ ਹੈ ਉਹ ਘਬਰਾਉਣ, ਦਬਾਏ ਜਾਣ ਅਤੇ ਹਰਾਏ ਜਾਣ ਹੁੰਦਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਹੋਣ ਦੀ ਖੁਆਇਸ਼ ਰੱਖਦੇ ਹਨ, ਪਰ ਤੁਸੀਂ ਉਹਨਾਂ ਦੇ ਵਿੱਚੋਂ ਇੱਕ ਨਾ ਬਣੋ। ਕਿਸੇ ਨੂੰ ਵੀ ਇਸ ਤਰ੍ਹਾਂ ਜਿਉਣਾ ਨਹੀਂ ਪੈਣਾ, ਕਿਉਂ ਜੋ ਪ੍ਰਾਰਥਨਾ ਹੈ ਉਹ ਆਪ ਦੇ ਜੀਵਨ ਵਿੱਚ ਪਰਮੇਸ਼ਰ ਦੀ ਫਤਿਹਮੰਦ ਸ਼ਕਤੀ ਨੂੰ ਖੋਲ੍ਹਣ ਦੀ ਕੁੰਜੀ ਹੈ। ਭੇਦ ਦੀ ਗੱਲ ਇਹ ਹੈ ਕਿ ਪਰਮੇਸ਼ਰ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਉਹ ਸਾਡੇ ਜੀਵਨ ਨੂੰ ਬਦਲ ਦੇਵੇਗਾ, ਉਹ ਸਾਡੇ ਪਰਿਵਾਰ ਨੂੰ ਬਦਲ ਦੇਵੇਗਾ, ਉਹ ਤੁਹਾਡੇ ਕਾਰੋਬਾਰ ਨੂੰ ਬਦਲ ਦੇਵੇਗਾ, ਉਹ ਆਉਣ ਵਾਲੇ ਪੀੜ੍ਹੀਆਂ ਦੇ ਲਈ ਤੁਹਾਡੇ ਭਵਿੱਖ ਨੂੰ ਬਦਲ ਦੇਵੇਗਾ, ਕਿਉਂਕਿ ਪਰਮੇਸ਼ਰ ਉਸ ਨੂੰ ਆਪ ਦੇ ਜੀਵਨ ਵਿੱਚ ਆਉਣ ਲਈ ਸੱਦੇ ਦੀ ਉਡੀਕ ਕਰ ਰਿਹਾ ਹੈ।
ਉਹ ਉੱਥੇ ਸ਼ਾਮਲ ਨਹੀਂ ਹੁੰਦਾ ਜਿੱਥੇ ਉਸ ਦੀ ਖੁਆਇਸ਼ ਮਹਿਸੂਸ ਨਹੀਂ ਕੀਤੀ ਜਾਂਦੀ। ਅਤੇ ਜੇਕਰ ਆਪ ਇਸ ਸੱਦੇ ਨੂੰ ਲਵੋਗੇ ਤਦ ਆਪ ਠੀਕ ਇਸੇ ਸਮੇਂ ਇਸ ਭੇਦ ਵਾਲੀ ਜ਼ਿੰਦਗੀ ਨੂੰ ਜਿਉਣਾ ਆਰੰਭ ਕਰੋਗੇ। ਆਮੀਨ। ਦੋਸਤੋ, ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਵੇਖ ਰਹੇ ਸੀ ਕਿ ਇੱਕ ਕਾਮਯਾਬ ਮਸੀਹੀ ਪਰਿਵਾਰ ਦੇ ਗੁਣਾਂ ਬਾਰੇ, ਉਹਨਾਂ ਦੀ ਸਫਲਤਾ ਦੇ ਭੇਦਾਂ ਬਾਰੇ। ਅਸੀਂ ਵੇਖਿਆ ਕਿ ਜਦੋਂ ਅਸੀਂ ਪਰਮੇਸ਼ਰ ਤੋਂ ਦੂਰ ਹੁੰਦੇ ਹਾਂ ਤਾਂ ਪਰਮੇਸ਼ਰ ਸਾਡੇ ਉੱਤੇ ਆਪਣੀ ਕਿਰਪਾ ਦੀ ਨਜ਼ਰ ਰੱਖਦਾ ਹੈ ਅਤੇ ਅਸੀਂ ਉਸੀ ਕਿਰਪਾ ਦੇ ਦੁਆਰਾ ਫੜੇ ਜਾਂਦੇ ਹਾਂ ਅਤੇ ਸਾਡੇ ਜੀਵਨ ਪੂਰੀ ਤਰ੍ਹਾਂ ਬਦਲ ਜਾਂਦੇ ਆ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪਾਪ ਦੂਜੀ ਪੀੜ੍ਹੀ ਤੱਕ ਅੱਗੇ ਜਾਂਦਾ ਹੈ, ਪਰ ਧਾਰਮਿਕਤਾ ਹਜ਼ਾਰਾਂ ਪੀੜ੍ਹੀਆਂ ਤੱਕ ਅੱਗੇ ਜਾਂਦੀ ਹੈ। ਪਰਿਵਾਰ ਤੋਂ ਸੰਬੰਧ ਰੱਖਣ ਵਾਲੇ ਉਦਾਹਰਣ ਦੇ ਦੁਆਰਾ ਪਰਮੇਸ਼ਵਰ ਦੇ ਦਾਸ ਡਾਕਟਰ ਡੇਵਿਡ ਯਰਮਾਇਆ ਨੇ ਸਾਨੂੰ ਇੱਕ ਮਹਾਨ ਸੱਚਾਈ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹ ਹੈ ਪਰਿਵਾਰ ਦੇ ਵਿੱਚ ਆਤਮਿਕ ਨਿਰੰਤਰਤਾ ਦੇ ਸਿਧਾਂਤ ਦਾ ਪ੍ਰਗਟਾਵਾ। ਇਸ ਦਾ ਭਾਵ ਹੈ ਕਿ ਪਰਿਵਾਰ ਦੇ ਵਿੱਚ ਬਾਈਬਲ ਦੇ ਉਹ ਸਿਧਾਂਤ ਜਿਨ੍ਹਾਂ ਨੂੰ ਪਹਿਲੀ ਪੀੜ੍ਹੀ ਦੇ ਵਿੱਚ ਅਪਣਾਇਆ ਗਿਆ ਸੀ, ਉਹ ਹੁਣ ਅਗਲੀ ਪੀੜ੍ਹੀਆਂ ਦੇ ਵਿੱਚ ਵੀ ਅਪਣਾਏ ਜਾ ਰਹੇ ਹਨ ਅਤੇ ਇਹ ਸਿਧਾਂਤ ਹੁਣ ਉਹਨਾਂ ਪੀੜ੍ਹੀਆਂ ਦੇ ਵਿਸ਼ਵਾਸ ਦੀ ਇੱਕ ਮਜ਼ਬੂਤ ਨੀਂਹ ਬਣ ਚੁੱਕੇ ਹਨ। ਇੱਕ ਸਰਵੇਖਣ ਦੇ ਅਨੁਸਾਰ ਜਦੋਂ ਕੋਈ ਮਸੀਹੀ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਮਸੀਹੀ ਸਿਧਾਂਤਾਂ ਦੀ ਸਿੱਖਿਆ ਨਹੀਂ ਦਿੰਦੇ ਤਾਂ ਉਹਨਾਂ ਨੂੰ ਕਲੀਸਿਆ ਦੇ ਵਿੱਚ ਨਹੀਂ ਲੈ ਕੇ ਜਾਂਦੇ ਤਾਂ ਉਹਨਾਂ ਦੇ ਬੱਚੇ 70% ਤੱਕ ਪਿੱਛੇ ਹੋ ਜਾਂਦੇ ਹਨ। ਅਸੀਂ ਸਫਲ ਮਸੀਹੀ ਵਿਅਕਤੀਆਂ ਦੇ ਜੀਵਨ ਵਿੱਚ ਪ੍ਰਾਰਥਨਾ ਦੇ ਪ੍ਰਭਾਵ ਨੂੰ ਦੇਖਿਆ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਅਸੀਂ ਇਹਨਾਂ ਸਿੱਟਿਆਂ ਤੇ ਪਹੁੰਚੇ ਹਾਂ ਕਿ ਸਾਨੂੰ ਸ਼ਿਕਾਰ ਹੋਏ ਲੋਕਾਂ ਵਾਂਗ ਬਣਨ ਦੀ ਲੋੜ ਨਹੀਂ ਹੈ, ਕਿਉਂਕਿ ਅਸੀਂ ਹਾਰੇ ਹੋਏ ਲੋਕ ਨਹੀਂ ਹਾਂ। ਅਸੀਂ ਤਾਂ ਫਤਿਹਮੰਦ ਲੋਕ ਹਾਂ। ਅਸੀਂ ਸਿੱਖਿਆ ਕਿ ਸਾਨੂੰ ਦੂਜਿਆਂ ਸਾਹਮਣੇ ਨੀਵੇਂ ਹੋਣ ਦੀ ਲੋੜ ਨਹੀਂ ਹੈ। ਸਾਨੂੰ ਆਪਣੇ ਘਰਾਣਿਆਂ ਉੱਤੇ ਇੱਕ ਪੀੜ੍ਹੀ ਵਜੋਂ ਵੇਖਣ ਦੀ ਲੋੜ ਹੈ। ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਨੂੰ ਇਜਾਜ਼ਤ ਦਿਓ, ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਹੋ ਗਿਆ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਪ੍ਰਭੂ ਜੀ ਅੱਜ ਇੱਕ ਵਾਰ ਫੇਰ ਤੋਂ ਸਾਨੂੰ ਆਪਣੇ ਵਚਨ ਦੇ ਦੁਆਰਾ ਬਰਕਤ ਦਿੱਤੀ ਹੈ। ਪਿਤਾ, ਤੁਸੀਂ ਆਪਣੇ ਵਚਨ ਦੇ ਦੁਆਰਾ ਸਾਨੂੰ ਪਰਿਵਾਰ ਦੀ ਮਹੱਤਵਤਾ ਦੇ ਬਾਰੇ ਸਿਖਾਇਆ। ਅੱਜ ਅਸੀਂ ਤੁਹਾਡੇ ਵਚਨ ਤੋਂ ਸਿੱਖਿਆ ਕਿ ਜਿਹੜੇ ਮਸੀਹੀ ਵਿਸ਼ਵਾਸੀ ਪਰਿਵਾਰ ਪ੍ਰਭੂ ਜੀ ਸਫਲ ਹੁੰਦੇ ਹਨ, ਉਹਨਾਂ ਦੀ ਸਫਲਤਾ ਦਾ ਕੀ ਭੇਤ ਹੈ। ਪ੍ਰਭੂ, ਅਸੀਂ ਸਿੱਖਿਆ ਕਿ ਉਹ ਬਾਈਬਲ ਦੇ ਵਿੱਚੋਂ ਤੁਹਾਡੇ ਸਿਧਾਂਤਾਂ ਦਾ ਪ੍ਰਭੂ ਜੀ ਬੜੀ ਹੀ ਸ਼ਿੱਦਤ ਦੇ ਨਾਲ, ਬੜੇ ਹੀ ਵਫਾਦਾਰੀ ਦੇ ਨਾਲ ਪ੍ਰਭੂ ਜੀ ਉਹਨਾਂ ਦਾ ਪਾਲਣ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਉਹਨਾਂ ਦਾ ਪਾਲਣ ਕਰਨਾ ਸਿਖਾਉਂਦੇ ਹਨ। ਪਿਤਾ ਪਰਮੇਸ਼ਰ, ਇਸੇ ਕਰਕੇ ਪਿਤਾ ਪਰਮੇਸ਼ਰ ਉਹਨਾਂ ਦੀ ਪੀੜ੍ਹੀਆਂ ਤੋਂ ਪੀੜ੍ਹੀਆਂ ਤੱਕ ਤੁਹਾਡੇ ਅਨੁਗ੍ਰਹਿ ਦੀ ਦ੍ਰਿਸ਼ਟੀ ਉਹਨਾਂ ਤੇ ਬਣੀ ਰਹਿੰਦੀ ਹੈ। ਪਿਤਾ, ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਅੱਛੇ ਵਚਨ ਵਾਸਤੇ। ਪ੍ਰਭੂ ਜੀ, ਸਾਡੇ ਸਾਰਿਆਂ ਉੱਤੇ ਵੀ ਕਿਰਪਾ ਕਰਨਾ। ਸਾਨੂੰ ਵੀ ਪਿਤਾ ਪਰਮੇਸ਼ਰ ਆਪਣੇ ਵਚਨ ਦੇ ਉੱਤੇ, ਆਪਣੇ ਨਿਯਮਾਂ ਦੇ ਉੱਤੇ, ਆਪਣੇ ਪਿਤਾ ਪਰਮੇਸ਼ਰ ਮਸੀਹੀ ਮੁੱਲਾਂ ਦੇ ਉੱਤੇ ਸਾਨੂੰ ਖੜਾ ਕਰਨਾ ਸਿਖਾ। ਪ੍ਰਭੂ ਯਿਸੂ ਨਾਸਰੀ ਜੀ ਦੇ ਨਾਂ ਵਿੱਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।